ਹੁਣ ਖਬਰਾਂ ਵਿਸਥਾਰ ਦੇ ਨਾਲ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪੰਜਾਬ ਯੂਨੀਵਰਸਿਟੀ ਦੀ ਮੌਜੂਦਾ ਸਥਿਤੀ ਨੂੰ ਲੈ ਕੇ ਕੇਂਦਰ ਤੇ ਤਿੱਖਾ ਹਮਲਾ ਬੋਲਿਆ ਹੈ। ਉਹਨਾਂ ਕਿਹਾ ਕਿ ਪੰਜਾਬ ਯੂਨੀਵਰਸਿਟੀ ਸਿਰਫ ਇੱਕ ਵਿਦਿਅਕ ਸੰਸਥਾ ਨਹੀਂ ਹੈ, ਸਗੋਂ ਪੰਜਾਬ ਦੀ ਵਿਰਾਸਤ ਹੈ। ਪੰਜਾਬ ਯੂਨੀਵਰਸਿਟੀ ਪਹੁੰਚੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਦੋਸ਼ ਲਾਇਆ ਕਿ ਯੂਨੀਵਰਸਿਟੀ ਦੇ ਵਿੱਚ ਹੁਣ ਸਭ ਕੁਝ ਆਰਐਸਐਸ ਦੇ ਇਸ਼ਾਰੇ ਤੇ ਚਲਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਸੈਨੇਟ ਨੂੰ 31 ਮੈਂਬਰਾਂ ਤੱਕ ਘਟਾ ਦਿੱਤਾ ਗਿਆ, ਜਿਸ ਨਾਲ ਚੁਣੇ ਹੋਏ ਪ੍ਰਤੀਨਿਧੀਆਂ ਦੀ ਭੂਮਿਕਾ ਖਤਮ ਹੋ ਗਈ ਹੈ। ਸਿੰਡੀਕੇਟ ਭੰਗ ਕਰ ਦਿੱਤਾ ਗਿਆ ਤੇ ਪੂਰਾ ਪ੍ਰਸ਼ਾਸਨ ਹੁਣ ਕੇਂਦਰੀ नियंत्रण ਦੇ ਹੇਠ है। जिसने लाखों नहीं करोड़ों गरीबों को, मिडिल क्लास के बच्चों को अपने पैरों पे खड़ा किया है। यहाँ से एक उम्मीद होती है कि हमें संभालने के लिए, हमारे बच्चों को संभालने के लिए पंजाब यूनिवर्सिटी है। इस अदारे को एक सिस्टेमेटिक तरीके से खत्म करने की कोशिश की जा रही है बीजेपी और आरएसएस द्वारा। यहाँ आरएसएस का टोटल कब्जा हो गया है। जो यहाँ लोकतांत्रिक प्रक्रिया थी, 91 यहाँ के सेनेटर चुने जाते थे, उनको खत्म करके एक 31 सेनेटर चुनने की प्रक्रिया शुरू की जा रही है, जिसमें जो इलेक्टेड ग्रेजुएट रिप्रेजेंटेटिव थे उनको खत्म किया जा रहा है, जो कि लोकतंत्र की हत्या है। मैं इस अदारे से बचपन से जुड़ा हुआ हूँ। सरदार मनमोहन सिंह वर्गे स्कॉलर इस अदारे ने पैदा किए हैं। हम इसको खत्म होता नहीं देख सकते। हम इसकी लड़ाई लड़ेंगे। विधानसभा में मैं सीएम को बेनती करता हूं कि विधानसभा का सेशन बुलाया जाए और इस मसले को डिस्कस करके केंद्र सरकार पे दबाव बनाया जाए। मैं इस मसले को पार्लियामेंट में उठाऊंगा। ਤੁਹਾਨੂੰ ਦੱਸ ਦਈਏ ਕਿ ਕੇਂਦਰ ਸਰਕਾਰ ਨੇ ਪੰਜਾਬ ਯੂਨੀਵਰਸਿਟੀ ਦੇ ਪ੍ਰਸ਼ਾਸਕੀ ਢਾਂਚੇ 'ਚ ਵੱਡੀ ਤਬਦੀਲੀ ਕੀਤੀ ਹੈ। ਇਸ ਦੇ ਮੱਦੇਨਜ਼ਰ 59 ਸਾਲ ਪੁਰਾਣੀ ਸੈਨੇਟ ਤੇ ਸਿੰਡੀਕੇਟ ਨੂੰ ਤੁਰੰਤ ਪ੍ਰਭਾਵ ਦੇ ਨਾਲ ਭੰਗ ਕਰ ਦਿੱਤਾ ਗਿਆ। ਕੇਂਦਰ ਸਰਕਾਰ ਵੱਲੋਂ ਇਸ ਸੰਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ। ਯੂਨੀਵਰਸਿਟੀ ਹੁਣ ਵਾਈਸ ਚਾਂਸਲਰ ਦੀ ਅਗਵਾਈ ਵਾਲੇ ਇੱਕ ਬੋਰਡ ਆਫ ਗਵਰਨਰਸ ਦੇ ਵੱਲੋਂ ਕੰਟਰੋਲ ਕੀਤੀ ਜਾਵੇਗੀ। ਇਸ ਬੋਰਡ 'ਚ ਕੇਂਦਰ ਸਰਕਾਰ, यूजीसी ਅਤੇ ਚੰਡੀਗੜ੍ਹ ਪ੍ਰਸ਼ਾਸਨ ਦੇ ਪ੍ਰਤੀਨਿਧੀ ਸ਼ਾਮਲ ਹੋਣਗੇ, ਜਿਸ ਦਾ ਵਿਰੋਧ ਸੂਬੇ ਭਰ ਵਿੱਚ ਹੋ ਰਿਹਾ ਹੈ। ਪੰਜਾਬ ਯੂਨੀਵਰਸਿਟੀ ਪਹੁੰਚੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਦੋਸ਼ ਲਾਇਆ ਕਿ ਯੂਨੀਵਰਸਿਟੀ ਦੇ ਵਿੱਚ ਹੁਣ ਸਭ ਕੁਝ ਆਰਐਸਐਸ ਦੇ ਇਸ਼ਾਰੇ ਤੇ ਚਲਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਸੈਨੇਟ ਨੂੰ 31 ਮੈਂਬਰਾਂ ਤੱਕ ਘਟਾ ਦਿੱਤਾ ਗਿਆ, ਜਿਸ ਨਾਲ ਚੁਣੇ ਹੋਏ ਪ੍ਰਤੀਨਿਧੀਆਂ ਦੀ ਭੂਮਿਕਾ ਖਤਮ ਹੋ ਗਈ ਹੈ। ਸਿੰਡੀਕੇਟ ਭੰਗ ਕਰ ਦਿੱਤਾ ਗਿਆ ਤੇ ਪੂਰਾ ਪ੍ਰਸ਼ਾਸਨ ਹੁਣ ਕੇਂਦਰੀ ਨਿਯੰਤਰਣ ਦੇ ਹੇਠ ਹੈ। जिसने लाखों नहीं करोड़ों गरीबों को, मिडिल क्लास के बच्चों को अपने पैरों पे खड़ा किया है। यहाँ से एक उम्मीद होती है कि हमें संभालने के लिए, हमारे बच्चों को संभालने के लिए पंजाब यूनिवर्सिटी है। इस अदारे को एक सिस्टेमेटिक तरीके से खत्म करने की कोशिश की जा रही है बीजेपी और आरएसएस द्वारा। यहाँ आरएसएस का टोटल कब्जा हो गया है। जो यहाँ लोकतांत्रिक प्रक्रिया थी, 91 यहाँ के सेनेटर चुने जाते थे, उनको खत्म करके एक 31 सेनेटर चुनने की प्रक्रिया शुरू की जा रही है, जिसमें जो इलेक्टेड ग्रेजुएट रिप्रेजेंटेटिव थे उनको खत्म किया जा रहा है, जो कि लोकतंत्र की हत्या है। मैं इस अदारे से बचपन से जुड़ा हुआ हूँ। सरदार मनमोहन सिंह वर्गे स्कॉलर इस अदारे ने पैदा किए हैं। हम इसको खत्म होता नहीं देख सकते। हम इसकी लड़ाई लड़ेंगे। विधानसभा में मैं सीएम को बेनती करता हूं कि विधानसभा का सेशन बुलाया जाए और इस मसले को डिस्कस करके केंद्र सरकार पे दबाव बनाया जाए। मैं इस मसले को पार्लियामेंट में उठाऊंगा। ਤੁਹਾਨੂੰ ਦੱਸ ਦਈਏ ਕਿ ਕੇਂਦਰ ਸਰਕਾਰ ਨੇ ਪੰਜਾਬ ਯੂਨੀਵਰਸਿਟੀ ਦੇ ਪ੍ਰਸ਼ਾਸਕੀ ਢਾਂਚੇ 'ਚ ਵੱਡੀ ਤਬਦੀਲੀ ਕੀਤੀ ਹੈ। ਇਸ ਦੇ ਮੱਦੇਨਜ਼ਰ 59 ਸਾਲ ਪੁਰਾਣੀ ਸੈਨੇਟ ਤੇ ਸਿੰਡੀਕੇਟ ਨੂੰ ਤੁਰੰਤ ਪ੍ਰਭਾਵ ਦੇ ਨਾਲ ਭੰਗ ਕਰ ਦਿੱਤਾ ਗਿਆ। ਕੇਂਦਰ ਸਰਕਾਰ ਵੱਲੋਂ ਇਸ ਸੰਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ। ਯੂਨੀਵਰਸਿਟੀ ਹੁਣ ਵਾਈਸ ਚਾਂਸਲਰ ਦੀ ਅਗਵਾਈ ਵਾਲੇ ਇੱਕ ਬੋਰਡ ਆਫ ਗਵਰਨਰਸ ਦੇ ਵੱਲੋਂ ਕੰਟਰੋਲ ਕੀਤੀ ਜਾਵੇਗੀ। ਇਸ ਬੋਰਡ 'ਚ ਕੇਂਦਰ ਸਰਕਾਰ, यूजीसी ਅਤੇ ਚੰਡੀਗੜ੍ਹ ਪ੍ਰਸ਼ਾਸਨ ਦੇ ਪ੍ਰਤੀਨਿਧੀ ਸ਼ਾਮਲ ਹੋਣਗੇ, ਜਿਸ ਦਾ ਵਿਰੋਧ ਸੂਬੇ ਭਰ ਵਿੱਚ ਹੋ ਰਿਹਾ ਹੈ। ਪੰਜਾਬ ਯੂਨੀਵਰਸਿਟੀ ਪਹੁੰਚੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਦੋਸ਼ ਲਾਇਆ ਕਿ ਯੂਨੀਵਰਸਿਟੀ ਦੇ ਵਿੱਚ ਹੁਣ ਸਭ ਕੁਝ ਆਰਐਸਐਸ ਦੇ ਇਸ਼ਾਰੇ ਤੇ ਚਲਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਸੈਨੇਟ ਨੂੰ 31 ਮੈਂਬਰਾਂ ਤੱਕ ਘਟਾ ਦਿੱਤਾ ਗਿਆ, ਜਿਸ ਨਾਲ ਚੁਣੇ ਹੋਏ ਪ੍ਰਤੀਨਿਧੀਆਂ ਦੀ ਭੂਮਿਕਾ ਖਤਮ ਹੋ ਗਈ ਹੈ। ਸਿੰਡੀਕੇਟ ਭੰਗ ਕਰ ਦਿੱਤਾ ਗਿਆ ਤੇ ਪੂਰਾ ਪ੍ਰਸ਼ਾਸਨ ਹੁਣ ਕੇਂਦਰੀ ਨਿਯੰਤਰਣ ਦੇ ਹੇਠ ਹੈ। जिसने
लाखों नहीं करोड़ों गरीबों को, मिडिल क्लास के बच्चों को अपने पैरों पे खड़ा किया है। यहाँ से एक उम्मीद होती है कि हमें संभालने के लिए, हमारे बच्चों को संभालने के लिए पंजाब यूनिवर्सिटी है। इस अदारे को एक सिस्टेमेटिक तरीके से खत्म करने की कोशिश की जा रही है बीजेपी और आरएसएस द्वारा। यहाँ आरएसएस का टोटल कब्जा हो गया है। जो यहाँ लोकतांत्रिक प्रक्रिया थी, 91 यहाँ के सेनेटर चुने जाते थे, उनको खत्म करके एक 31 सेनेटर चुनने की प्रक्रिया शुरू की जा रही है, जिसमें जो इलेक्टेड ग्रेजुएट रिप्रेजेंटेटिव थे उनको खत्म किया जा रहा है, जो कि लोकतंत्र की हत्या है। मैं इस अदारे से बचपन से जुड़ा हुआ हूँ। सरदार मनमोहन सिंह वर्गे स्कॉलर इस अदारे ने पैदा किए हैं। हम इसको खत्म होता नहीं देख सकते। हम इसकी लड़ाई लड़ेंगे। विधानसभा में मैं सीएम को बेनती करता हूं कि विधानसभा का सेशन बुलाया जाए और इस मसले को डिस्कस करके केंद्र सरकार पे दबाव बनाया जाए। मैं इस मसले को पार्लियामेंट में उठाऊंगा। ਤੁਹਾਨੂੰ ਦੱਸ ਦਈਏ ਕਿ ਕੇਂਦਰ ਸਰਕਾਰ ਨੇ ਪੰਜਾਬ ਯੂਨੀਵਰਸਿਟੀ ਦੇ ਪ੍ਰਸ਼ਾਸਕੀ ਢਾਂਚੇ 'ਚ ਵੱਡੀ ਤਬਦੀਲੀ ਕੀਤੀ ਹੈ। ਇਸ ਦੇ ਮੱਦੇਨਜ਼ਰ 59 ਸਾਲ ਪੁਰਾਣੀ ਸੈਨੇਟ ਤੇ ਸਿੰਡੀਕੇਟ ਨੂੰ ਤੁਰੰਤ ਪ੍ਰਭਾਵ ਦੇ ਨਾਲ ਭੰਗ ਕਰ ਦਿੱਤਾ ਗਿਆ। ਕੇਂਦਰ ਸਰਕਾਰ ਵੱਲੋਂ ਇਸ ਸੰਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ। ਯੂਨੀਵਰਸਿਟੀ ਹੁਣ ਵਾਈਸ ਚਾਂਸਲਰ ਦੀ ਅਗਵਾਈ ਵਾਲੇ ਇੱਕ ਬੋਰਡ ਆਫ ਗਵਰਨਰਸ ਦੇ ਵੱਲੋਂ ਕੰਟਰੋਲ ਕੀਤੀ ਜਾਵੇਗੀ। ਇਸ ਬੋਰਡ 'ਚ ਕੇਂਦਰ ਸਰਕਾਰ, यूजीसी ਅਤੇ ਚੰਡੀਗੜ੍ਹ ਪ੍ਰਸ਼ਾਸਨ ਦੇ ਪ੍ਰਤੀਨਿਧੀ ਸ਼ਾਮਲ ਹੋਣਗੇ, ਜਿਸ ਦਾ ਵਿਰੋਧ ਸੂਬੇ ਭਰ ਵਿੱਚ ਹੋ ਰਿਹਾ ਹੈ। ਨਿਡਰ ਹਾਂ, ਨਿਰਪੱਖ ਰਹਾਂਗੇ, ਆਜ਼ਾਦ ਹਾਂ, ਸੱਚ ਕਹਾਂਗੇ। ਗੱਲ ਕਰਾਂਗੇ ਸਿਆਸੀ ਹਵਾ ਦੀ, ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ। ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ। ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ, ਦੱਸਾਂਗੇ ਕੌਣ ਕਰ ਰਿਹਾ ਹੈ, ਕਿਹਦੇ ਤੇ ਜ਼ਬਰ। ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ। ਕੈਨੇਡਾ, ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ। ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ, ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ। ਖੋਲਾਂਗੇ ਅੰਦਰੂਨੀ ਰਾਜ਼, ਬਣਾਂਗੇ ਬੁਲੰਦ ਆਵਾਜ਼। ਖੇਡ, ਸਿੱਖਿਆ, ਖੇਤੀ ਦੀ ਬਾਤ ਪਾਵਾਂਗੇ, ਹਰ ਪਿੰਡ ਹਰ ਸ਼ਹਿਰ ਜਾਵਾਂਗੇ। ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਾਰਾਂਗੇ ਝਾਤ। अब धर्म, धरोहर, संस्कृति और सेहत की होगी बात। अब D5 चैनल हिंदी भी होगा साथ। ਕੀ ਨੇ ਸਾਡੇ ਕਾਨੂੰਨ, ਫਰਜ਼ ਤੇ ਅਧਿਕਾਰ? ਕੀ ਕਰਦੀ ਹੈ ਸਾਡੀ ਸਰਕਾਰ? ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ? D5 ਚੈਨਲ ਪੰਜਾਬੀ ਦੀ ਕਚਹਿਰੀ 'ਚ ਹੋਵੇਗੀ ਸਿਰਫ ਲੋਕਾਂ ਦੀ ਗੱਲ।